असलामुअलैकुम गुड मॉर्निंग सोहणियो गुड मॉर्निंग लो भी सोहणियो देख लवो यूके ਦਾ ਇੱਕ ਠੰਡਾ ਠੰਡਾ ਦਿਨ ਬਾਦਲ ਛਾਏ ਹੋਏ ਨੇ ਕਦੀ ਕਦੀ ਧੁੱਪ ਨਿਕਲ ਰਹੀ ਹੈ ਔਰ ਅੱਛੀ ਹਵਾ ਚੱਲ ਰਹੀ ਹੈ ਬੜਾ ਸ਼ਾਨਦਾਰ ਦਿਨ ਨੇ ਔਰ ਅਸੀਂ ਕੱਪੜਿਆਂ ਦੀ ਧਵਾਈ ਸਵੇਰੇ ਸਵੇਰੇ ਕੱਢ ਦਿੱਤੀ ਹੈ ਕਿਉਂਕਿ ਬਾਰਿਸ਼ ਨਾ ਉਤਰ ਆਵੇ ਤੇ ਇਸ ਤੋਂ ਅਸੀਂ ਕੱਪੜੇ ਧੋ ਕੇ ਫੋਲ ਦਿੱਤੇ ਨੇ। ਅੱਜ ਕੀ ਪੱਕੇਗਾ ਇਹ ਸਭ ਤੋਂ ਵੱਡਾ ਮਿਲੀਅਨ ਡਾਲਰ ਦਾ ਸਵਾਲ ਹੁੰਦਾ ਹੈ ਹਰ ਘਰ ਵਿੱਚ। ਤੇ ਅਸੀਂ ਜਿਹੜੇ ਸ਼ਲਜਮ ਲੈ ਕੇ ਆਏ ਸਾਂ ਕਾਫੀ ਦਿਨ ਤੋਂ ਫਰਿੱਜ ਵਿੱਚ ਪਏ ਨੇ, ਪਤਾ ਨਹੀਂ ਹੁਣ ਜਦੋਂ ਮੈਂ ਕੱਟਾਂਗੀ ਤੇ ਸਹੀ ਨਿਕਲਣਗੇ ਕਿ ਵੀ ਨਹੀਂ। ਤਕਰੀਬਨ ਇੱਕ ਹਫਤਾ ਜਾਂ 5-6 ਦਿਨ ਪਹਿਲਾਂ ਅਸੀਂ ਲੈ ਕੇ ਆਏ ਸਾਂ ਔਰ ਫਰਿੱਜ ਵਿੱਚ ਹੀ ਪਏ, ਇਹਨਾਂ ਦੇ ਵਿਚਾਰੇ ਦੀ ਵਾਰੀ ਨਹੀਂ ਆਈ। ਅਸੀਂ ਅੱਜ ਬਣਾਉਣ ਲੱਗਿਆ ਸ਼ਲਜਮ। ਇਹਦੇ ਵਾਸਤੇ ਗੋਂਗਲੂ ਤੇ ਅਸੀਂ ਨਾਲ ਧਨੀਆ ਵੀ ਕੱਢ ਲਿਆ ਵੇ। ਮੈਨੂੰ ਧਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਛਾ ਲੱਗਦਾ, ਮੈਂ ਧਨੀਆ ਜ਼ਿਆਦਾ ਪਾਉਂਦੀ ਹਾਂ। ਤੇ ਲੋ ਜੀ ਟਮਾਟਰ ਧਨੀਆ ਔਰ ਇਹ ਚੀਜ਼ਾਂ ਕੱਢ ਕੇ ਅਸੀਂ ਕਟਿੰਗ ਸ਼ੁਰੂ ਕਰਨ ਲੱਗੇ ਹਾਂ। ਤੇ ਅੱਜ ਪੱਕ ਰਹੇ ਨੇ ਗੋਂਗਲੂ। ਹਾਂਡੀ ਬਣਾਉਣਾ ਅਸੀਂ ਸਟਾਰਟ ਕਰ ਰਹੇ ਹਾਂ। ਬਿਸਮਿल्लाह रहमान रहीम। ਸਭ ਤੋਂ ਪਹਿਲੇ ਜਾਏਗਾ ਪਿਆਜ਼, ਪਿਆਜ਼ ਦੀ ਅਸੀਂ ਥੋੜੀ ਭੁਨਾਈ ਕਰ ਲਈਏ। ਉਸ ਤੋਂ ਬਾਅਦ ਜਾਏਗਾ ਜੀ ਟਮਾਟਰ, ਇਸ ਦੇ ਨਾਲ ਹੀ ਅਸੀਂ ਪਾ ਦੇਵਾਂਗੇ ਨਮਕ ਮਿਰਚ ਹਲਦੀ। ਉਹ ਤੁਸੀਂ ਆਪਣੇ ਜ਼ਾਇਕੇ ਦੇ ਹਿਸਾਬ ਨਾਲ ਪਾਓਗੇ, ਜਾਗਤੇ ਰਹਿਣਾ ਤੇ ਸਾਡੇ 'ਚ ਨਾ ਰਹਿਣਾ। ਔਰ ਅੱਛਾ ਜਿਹਾ ਅਸੀਂ ਮਸਾਲੇ ਦੀ ਭੁਨਾਈ ਕਰ ਲਵਾਂਗੇ। ਹੁਮਾਸ਼ ਨੇ ਫਰਮਾਇਸ਼ ਕੀਤੀ ਵੀ ਮੇਰੇ ਲਈ ਹਰੀ ਮਿਰਚ ਜ਼ਰੂਰ ਪਾਈਓ ਤੇ ਅਸੀਂ 3 ਅਦਦ ਹਰੀ ਮਿਰਚ ਸ਼ਾਮਿਲ ਕਰ ਦਿੱਤੀ। ਮਸਾਲੇ ਦੀ ਅੱਛੀ ਭੁਨਾਈ ਹੋ ਚੁੱਕੀ ਹੈ, ਆਇਲ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਅਸੀਂ ਸ਼ਲਜਮ। ਬਿਸਮਿल्लाह रहमान रहीम। ਸ਼ਲਜਮ ਨੂੰ ਅਸੀਂ ਪਾ ਕੇ ਅੱਛੇ ਜਿਹੇ ਹਿਲਾ ਲਿਆ ਵੇ। ਅੱਛਾ ਮਸਾਲਾ ਨੂੰ ਲੱਗ ਜਾਵੇ ਔਰ ਅੱਛੀ ਥੋੜੀ ਜਿਹੀ ਭੁਨਾਈ ਕਰਾਂਗੇ। ਔਰ ਉਸ ਤੋਂ ਬਾਅਦ ਵੈਸੇ ਤਾਂ ਮੈਂ ਦਮ 'ਤੇ ਰੱਖ ਦੇਣੀ ਹੁੰਦੀ ਹਾਂ, ਇਹ 'ਚ ਪਾਣੀ ਮੈਂ ਸ਼ਾਮਿਲ ਨਹੀਂ ਕਰਦੀ ਕਿ ਸਬਜ਼ੀ ਆਪਣੇ ਹੀ ਦਮ 'ਚ ਗਲਦੀ ਹੈ। ਲੇਕਿਨ ਵੈਸੇ ਕੱਟਣ 'ਚ ਤਕਰੀਬਨ ਮੈਨੂੰ ਠੀਕ ਹੀ ਲੱਗ ਰਹੇ ਸਨ। ਕਾਫੀ ਦਿਨ ਪੁਰਾਣੇ ਸ਼ਲਜਮ ਪਏ ਸਨ ਲੇਕਿਨ ਬਹੁਤ ਜ਼ਿਆਦਾ ख़राब ਨਹੀਂ ਹੋਏ ਸਨ। ਫਿਰ ਵੀ ਮੈਂ ਇਹਤਿਆਤਨ ਇਹਦੇ ਵਿੱਚ ਨਾ 2 ਘੁੱਟ ਪਾਣੀ ਪਾ ਦਿੰਦੀ ਹਾਂ ਤਾਂ ਕਿ ਬਸ ਨਾ ਥੋੜਾ ਨੀਚੇ ਨਾ ਲੱਗੇ ਔਰ ਅੱਛੇ ਜਿਹੇ ਗਲ ਜਾਣ। ਇਸ ਕਰਕੇ ਔਰ ਅਸੀਂ ਇਹਨੂੰ ਬੰਦ ਕਰ ਦਾਂਗੇ ਢੱਕਣ ਨੂੰ। ਥੋੜ੍ਹੀ ਦੇਰ ਬਾਅਦ ਦੇਖਦੇ ਹਾਂ। ਸ਼ਬੀਰ ਹੁਸੈਨ ਸਾਹਿਬ ਕੋਲੋਂ ਮਾਜ਼ਰਤ ਕਿ ਫਿਰ ਠਕ 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 ਕਰ ਲਿਆ ਅਸੀਂ ਅੱਜ। ਪ੍ਰੈਸ਼ਰ ਅਸੀਂ ਲਾ ਦਿੱਤਾ ਵੇ, ਬਸ ਜ਼ਰਾ ਜੀ ਕੁੱਕਰ ਛੂ ਕਰੇਗਾ ਔਰ ਅਸੀਂ ਕੱਢ ਕੇ ਇਹਨੂੰ ਦੇਖ ਲਵਾਂਗੇ। ਕੁੱਕਰ ਦਾ ਢੱਕਣ ਅਸੀਂ ਖੋਲ੍ਹਿਆ ਔਰ ਪਾਣੀ ਖੁਸ਼ਕ ਹੋ ਚੁੱਕਿਆ ਹੈ। ਗਰਮਾ ਗਰਮ ਸ਼ਲਜਮ ਸਾਡੇ ਤਿਆਰ ਹੋ ਚੁੱਕੇ ਨੇ। ਇਹਦੇ ਵਿੱਚ ਜਾਏਗਾ ਹੁਣ ਧਨੀਆ, ਬਹੁਤਾ ਸਾਰਾ ਧਨੀਆ, ਥੋੜਾ ਧਨੀਆ ਨਹੀਂ ਬਹੁਤਾ ਸਾਰਾ ਧਨੀਆ। ਔਰ ਇਹਨੂੰ ਅਸੀਂ ਅੱਛਾ ਜਿਹਾ ਕਰ ਦਾਂਗੇ ਮਿਕਸ। जी साड़ी हांडी हो चुकी तैयार। ज़बरदस्त शलजम बिल्कुल रेडी ने और नाल असी रोटी भी बना ली है। खुमाश ने नाश्ता नहीं किया सी, उन्हें बहुत भुख लगी है, इस तो मैं हांडी बना ली और रोटी हुण खुमाश को आवाज़ देवांगी कि आ जाओ बच्चा खाना खा लो। सज्जणों ते मित्रों, असी आ गए अपने वेड़े च वापस। वही यादां लैके बचपन दियां और अपनी हसीन ਆਪਣੀਆਂ ਵੀ ਯਾਦਾਂ ਅਤੇ ਤੁਹਾਡੀਆਂ ਵੀ ਯਾਦਾਂ ਜਿਹੜੀ ਤੁਸੀਂ ਕਮੈਂਟ ਦੀ ਸੂਰਤ ਵਿੱਚ ਮੇਰੇ ਨਾਲ ਸ਼ੇਅਰ ਕਰਦੇ ਹੋ। ਅਤੇ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਬਹੁਤਾ ਦਿਲ ਦੀਆਂ ਡੂੰਘੀਆਂ ਗਹਿਰਾਈਆਂ ਤੋਂ ਤਾਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਇੰਨੇ ਅੱਛੇ ਕਮੈਂਟ ਲਿਖੇ ਔਰ ਮੈਨੂੰ ਹੌਸਲਾ ਵੀ ਦਿੱਤਾ। ਸ਼ਮਾ ਚੌਧਰੀ ਦਾ ਵੀ ਕਮੈਂਟ ਆਇਆ, ਉਹਨਾਂ ਨੇ ਕਿਹਾ ਕਿ ਅੱਜ ਦਾ ਵਲੌਗ ਦੇਖ ਕੇ ਬੜੀ ਉਦਾਸੀ ਹੋ ਗਈ ਹੈ ਔਰ उन्होंने मुस्तफ़ा वास्ते क्या कहते ने लिखिया। मैं पढ़ के तुहानूं सुनानी हाँ। तो शमा चौधरी तुहाडा बहुत शुक्रिया
ਉਹਨਾਂ ਨੇ ਕਿਹਾ ਮੈਂ ਬਹੁਤ ਉਦਾਸ ਹੋ ਗਈ ਹਾਂ ਅੱਜ ਦਾ ਜਿਹੜਾ ਵਲੌਗ ਦੇਖ ਕੇ, ਤੇ ਵੀ ਲਵ ਯੂ ਟੂ ਮੁਸਤਫਾ, ਤੇ ਉਹਨਾਂ ਨੇ ਮੁਸਤਫਾ ਲਈ ਲਵ ਭੇਜਿਆ ਔਰ ਨਾਲ ਹਾਰਟ ਭੇਜਿਆ। ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਤੁਸੀਂ ਸਾਰੇ ਇਸ ਤਰ੍ਹਾਂ ਕਮੈਂਟ ਕਰ ਦਿੰਦੇ ਹੋ, ਮੇਰੇ ਨਾਲ ਜੁੜ ਜਾਂਦੇ ਹੋ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਮੇਰੇ ਵਿਹੜੇ ਵਿੱਚ ਹੀ ਸਾਰੇ ਬੈਠੇ ਹੋ ਤੇ ਅਸੀਂ ਮਿਲ ਜੁਲ ਕੇ ਆਪਣੇ ਬਚਪਨ ਨੂੰ ਫਰੋਲਦੇ ਹਾਂ। ਬੱਚੇ ਆਏ ਹੋਏ ਸਨ, ਕੁਛ ਸਾਡੀ ਬੇਤਰਤੀਬੀ ਰਹੀ, ਕੁਛ ਉਸ ਤਰ੍ਹਾਂ ਅਸੀਂ ਗੱਲਬਾਤ ਨਹੀਂ ਕਰ ਸਕੇ, ਲੇਕਿਨ ਇਹ ਵੀ ਕਿ ਚਲੋ ਬਸ ਉਹ ਕਹਿੰਦੇ ਨੇ ਵੀ ਚਲੇ ਗਏ ਬੱਚੇ। ਮੁਸਤਫਾ ਉੱਥੇ ਜਾ ਕੇ ਖਾਸਾ ਡਿਸਟਰਬ ਵੀ ਹੋ ਗਿਆ ਔਰ ਉਹਨੇ ਮੰਮਾ ਨੇ ਫੋਨ ਕਰਕੇ ਦੱਸਿਆ ਕਿ ਮੁਸਤਫਾ ਇੱਥੇ ਆ ਕੇ ਜ਼ਿਆਦਾ ਡਿਸਟਰਬ ਹੋ ਗਿਆ ਹੈ, ਔਰ ਉਹਨੇ ਖੁਦ ਵੀ ਮੈਨੂੰ ਕਾਲ ਕੀਤੀ ਰਾਤ ਨੂੰ ਔਰ ਕਹਿੰਦਾ ਕਿ ਮੈਂ ਬਹੁਤ ਤੁਹਾਨੂੰ ਮਿਸ ਕਰ ਰਿਹਾ ਵਾਂ। ਫਿਰ ਰੋਣ ਲੱਗ ਗਿਆ। ਇੱਥੇ ਉਹ ਕਹਿੰਦਾ ਪਿਆ ਸੀ ਮੈਂ ਬੜਾ ਜਵਾਨ ਬੱਚਾ ਵਾਂ, ਬੜਾ ਬਹਾਦਰ ਬੱਚਾ ਵਾਂ, ਲੇਕਿਨ ਉਹਦੀ ਬਹਾਦਰੀ ਉੱਥੇ ਜਾ ਕੇ ਟੈ ਫਿਸ਼ ਹੋ ਗਈ ਔਰ ਰੋਣ ਲੱਗ ਗਿਆ। ਤੇ ਚਲੋ ਜੀ, ਜਿੱਥੇ ਰਹਿਣ ਖੁਸ਼ ਰਹਿਣ ਬੱਚੇ, ਉਹਨਾਂ ਵਾਸਤੇ ਦੁਆਵਾਂ ਨੇ, ਦਿਲੀ ਦੁਆਵਾਂ ਨੇ ਸਾਡੀਆਂ, ਤੇ ਅੱਲਾ ਪਾਕ ਖੁਸ਼ ਤੇ ਆਬਾਦ ਰੱਖੇ ਉਹਨਾਂ ਨੂੰ। ਤੇ ਤੁਹਾਡੀਆਂ ਸਾਰਿਆਂ ਦੀ ਮੁਹੱਬਤਾਂ ਦਾ ਵੀ ਬਹੁਤ ਸ਼ੁਕਰੀਆ। ਤੇ ਸ਼ਮਾ ਨੇ ਲਿਖਿਆ ਕਿ ਵੀ ਅੱਜ ਦਾ ਵਲੌਗ ਦੇਖ ਕੇ ਤੇ ਦਿਲ ਵਾਕਈ ਬੜਾ ਉਦਾਸ ਹੋ ਗਿਆ, ਤੇ ਅੱਲਾ ਪਾਕ ਤੁਹਾਨੂੰ ਆਪਣੀ ਹਿਫਜ਼ੋ-ਅਮਾਨ ਵਿੱਚ ਰੱਖੇ। ਸ਼ਮਾ ਬਹੁਤ ਸ਼ੁਕਰੀਆ। ਅਗਰ ਤੁਹਾਡਾ ਸਾਥ ਨਾ ਹੁੰਦਾ ਸਾਰਿਆਂ ਦਾ ਤੇ ਵਾਕਈ ਸ਼ਾਇਦ ਮੈਂ ਹਾਲੇ ਵੀ ਮੈਂ ਉਦਾਸੀਆਂ 'ਚ ਪਈ ਹੁੰਦੀ, ਪਰ ਫਿਰ ਮੈਂ ਹਿੰਮਤ ਕਰਕੇ ਤੁਹਾਡੇ ਆਪਣੇ ਆ ਜਾਂਦੀ ਹਾਂ ਤੁਹਾਡੇ ਦੋਸਤਾਂ ਦੇ ਨਾਲ, ਤੇ ਸਾਡਾ ਟਾਈਮ ਅੱਛਾ ਗੁਜ਼ਰ ਜਾਂਦਾ। ਉਹ ਤੁਹਾਡਾ ਇੱਕ ਕਮੈਂਟ ਜਿਹੜਾ ਹੁੰਦਾ ਨਾ ਮੇਰੇ ਵਾਸਤੇ ਬੜਾ ਕੀਮਤੀ ਹੁੰਦਾ ਵੇ। ਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਦਿਲ ਦੇ ਨਾਲ ਮੇਰੇ ਨਾਲ ਜੁੜੇ ਹੋ। ਤੇ ਉਸ ਤੋਂ ਬਾਅਦ ਜੀ ਕਮੈਂਟ ਆ ਗਿਆ ਵੇ ਨਾਇਲਾ ਦਾ। ਨਾਇਲਾ ਨੇ ਕਿਹਾ ਕਿ ਵਾਲੇਕੁਮ ਅਸਲਾਮ ਸੋਹਣਿਓ, ਸੋਹਣੇ ਚਲੇ ਗਏ ਨੇ, ਇਨਸ਼ਾਅੱਲਾ ਦੁਬਾਰਾ ਮਿਲਣ ਲਈ ਅੱਲਾ ਪਾਕ ਬਖੈਰੋ ਆਫੀਅਤ ਨਾਲ ਆਪਣੇ ਘਰ ਪਹੁੰਚਣ। ਮੁਸਤਫਾ ਦੀ ਗੱਲਾਂ ਸੁਣ ਕੇ ਦਿਲ ਉਦਾਸ ਵੀ ਹੋਇਆ। ਮਾਸ਼ਾਅੱਲਾ ਬਹੁਤ ਬਹਾਦਰ ਬੱਚਾ ਹੈ। ਲਵ ਯੂ ਟੂ ਮੁਸਤਫਾ, ਤੇ ਸਲਾਮਤ ਰਹੋ ਔਰ ਦਦਾਈ ਦੇ ਦਿਲ ਦੀ ਠੰਡਕ ਬਣੇ ਰਹੋ। ਵਿਲਾਗ ਬਿਹਤਰੀਨ ਹੈ ਉਹਨਾਂ ਨੇ ਕਿਹਾ। ਬਹੁਤ ਸ਼ੁਕਰੀਆ। ਮੈਂ ਇਸ ਰਾਤ ਨੂੰ ਬੈਠੀ ਮੇਰੀ ਡੇਲੀ ਇਸ ਤਰ੍ਹਾਂ ਜਿਹੜੀ ਨਾ ਗੱਲ ਹੁੰਦੀ ਹੈ, ਜਿਹੜੀ ਮੁਸਤਫਾ ਦੇ ਨਾਲ ਜਿੰਨੇ ਦਿਨ ਰਿਹਾ ਨਾ, ਉਹਨੂੰ ਬੜੀ ਅੱਛਾ ਉਹਦਾ ਦਿਲ ਕਰਦਾ ਸੀ ਕਿ ਮੈਂ ਗੱਲਾਂ ਸੁਣਾ ਪੁਰਾਣੇ ਜ਼ਮਾਨੇ ਦੀਆਂ। ਸਾਰੇ ਬੱਚਿਆਂ ਵਿੱਚੋਂ ਨਾ ਮੁਸਤਫਾ ਵਾਹਿਦ ਬੱਚਾ ਹੈ ਜਿਹਨੂੰ ਮੈਮੋਰੀਜ਼ ਸੁਣਨ ਦਾ ਸ਼ੌਕ ਹੈ। ਨੂਰ ਫਾਤਮਾ ਵੀ ਬਚਪਨ 'ਚ ਮੇਰੇ ਕੋਲ ਕਹਾਣੀਆਂ ਸੁਣਦੀ ਹੁੰਦੀ ਸੀ ਕਿ ਮੈਨੂੰ ਸਟੋਰੀ ਸੁਣਾਏ, ਲੇਕਿਨ ਬਾਕੀ ਫਿਰ ਰਾਫੇ ਨੂੰ ਵੀ ਕੋਈ ਖਾਸ ਸ਼ੌਕ ਨਹੀਂ ਸੀ। ਮੁਸਤਫਾ ਨੂੰ ਵੀ ਸੁਣਾਓ ਕੋਈ ਗੱਲ ਤੇ ਮੁਸਤਫਾ ਕਹਿੰਦਾ ਅੱਛਾ, ਤੇ ਉੱਠ ਕੇ ਉੱਤੋਂ ਟੁਰ ਪੈਂਦਾ ਵੇ। ਮੁਸਤਫਾ ਨੂੰ ਵੀ ਇੰਨਾ ਸ਼ੌਕ ਨਹੀਂ, ਲੇਕਿਨ ਮੁਸਤਫਾ ਕਹਿੰਦੀ ਸੌਰੀ ਯੂਸਫ ਨੂੰ ਕੋਈ ਖਾਸ ਸ਼ੌਕ ਨਹੀਂ ਹੈ, ਲੇਕਿਨ ਮੁਸਤਫਾ ਨੂੰ ऐसा शौक है कि मेरे को पूछता है, कुरीद के पूछता है कि आप क्या करते थे, मुझे बताओ अपनी मेमोरीज, आप बचपन में क्या करते थे। ਉਹਨੂੰ ਬੜਾ ਸ਼ੌਕ ਹੈ। ਇਸ ਤੋਂ ਵੀ ਮੇਰਾ ਉਹਦੇ ਨਾਲ ਇੱਕ ਖਾਸ ਕਨੈਕਸ਼ਨ ਜਿਹੜਾ ਨਾ ਬਣ ਗਿਆ ਵੇ ਕਿ ਮੈਨੂੰ ਅੱਛਾ ਲੱਗਦਾ ਵੇ। ਜਿਵੇਂ ਮੈਂ ਤੁਹਾਨੂੰ ਸੁਣਾਉਂਦੀ ਇਸ ਤਰ੍ਹਾਂ ਮੈਂ ਉਹਨੂੰ ਵੀ ਆਪਣੇ ਬਚਪਨ ਦੇ ਕਿੱਸੇ ਆਪਣੀਆਂ ਗੱਲਾਂ ਸੁਣਾਉਂਦੀ ਰਹਿੰਦੀ ਹਾਂ। ਤੇ ਚਲੋ ਜੀ, ਬਹੁਤ ਸ਼ੁਕਰੀਆ ਤੁਹਾਡੇ ਨਾਇਲਾ, ਤੁਹਾਡੀ ਮੁਹੱਬਤਾਂ ਦਾ ਕਿ ਤੁਹਾਨੂੰ ਵਲੌਗ ਅੱਛਾ ਲੱਗਿਆ ਔਰ ਤੁਸੀਂ ਇੰਨੀਆਂ ਦੁਆਵਾਂ ਵੀ ਕੀਤੀਆਂ। ਔਰ ਮੁਸਤਫਾ ਵਾਸਤੇ ਵੀ ਬਹੁਤ ਸ਼ੁਕਰੀਆ। ਅਸੀਂ ਜਿਹੜਾ ਨਾ ਇਨਸ਼ਾਅੱਲਾ ਹੁਣ ਉਹੀ ਘਰ ਹੈ, ਦੇਖ ਲਓ ਉਹੀ ਜਗ੍ਹਾ ਵੇ, ਉਹੀ ਹੈ ਕਿੱਥੇ ਸਾਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ ਸੀ। ਮੈਂ ਕਦੀ ਬੂਟੇ ਥੱਲੇ ਜਾ ਕੇ ਖੜੀ ਹੁੰਦੀ ਸਾਂ, ਕਦੀ ਵੈਸੇ ਵਕਫਾ ਕਰ ਦਿੰਦੀ ਸਾਂ ਕਿ ਕੋਈ ਜਗ੍ਹਾ ਨਹੀਂ ਮਿਲ ਰਹੀ, ਹਰ ਪਾਸੇ ਰਾਸ਼ੀ ਹੈ। ਤੇ ਹੁਣ ਉਹ ਜਿਹੜਾ ਵੇ ਖਾਮੋਸ਼ੀ ਦਾ ਰਾਜ ਹੋ ਚੁੱਕਿਆ ਵੇ ਹਰ ਤਰਫ। ਜਿੱਧਰ ਇਸ ਕਮਰੇ 'ਚ ਵੀ ਮੈਂ ਜਾਂਦੀ ਹਾਂ ਤੇ ਉੱਥੇ ਖਾਮੋਸ਼ੀ ਜਿਹੜੀ ਹੁੰਦੀ ਹੈ ਨਾ, ਉਹ ਤਕਲੀਫ ਦੇ ਹੁੰਦੀ। ਬੱਚਿਆਂ ਦਾ ਜਿਹੜਾ ਸ਼ੋਰ ਸ਼ਰਾਬਾ ਹੁੰਦਾ ਹੈ, ਜੇ ਅਸੀਂ ਜੁਝਲਾ ਰਹੇ ਹੁੰਦੇ ਆ ਕਿ ਇਹ ਕੀ ਸ਼ੋਰ ਪਾਇਆ ਹੋਇਆ ਤੁਸੀਂ, ਇਹ ਜ਼ਿੰਦਗੀ ਦੀ ਅਲਾਮਤ ਹੁੰਦੀ ਹੈ। ਉਹ ਫਿਰ ਜਦੋਂ ਬੱਚੇ ਚਲੇ ਜਾਂਦੇ ਨੇ ਫਿਰ ਪਤਾ ਚੱਲਦਾ ਜਿਹੜੀ ਚੀਜ਼ ਜਿੱਥੇ ਪਈ ਹੈ ਉੱਥੇ ਪਈ ਰਹਿਣੀ ਹੈ। ਨਾ ਕੋਈ ਗੱਲ ਕਰਨ ਵਾਲਾ, ਨਾ ਕੋਈ ਛੇੜਖਾਨੀ ਕਰਨ ਵਾਲਾ, ਨਾ ਕੋਈ ਕੁਛ। ਤੇ ਉਹ ਫਿਰ ਜਿਹੜਾ ਨਾ ਮੁਸ਼ਕਿਲ ਲੱਗਦਾ ਵੇ। ਬੱਚਿਆਂ ਦੇ ਨਾਲ ਹੀ ਰੌਣਕ ਹੁੰਦੀ ਹੈ। ਕੋਈ ਵੀ ਘਰ ਉਦੋਂ ਹੀ ਕੰਪਲੀਟ ਹੁੰਦਾ ਜਦੋਂ ਬੱਚਿਆਂ ਦੀ ਉਹ 'ਚ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ, ਬੱਚੇ ਗੱਲਾਂ ਕਰ ਰਹੇ ਹੁੰਦੇ ਨੇ, ਚਹਿਚਹਾ ਰਹੇ ਹੁੰਦੇ ਨੇ ਬੱਚੇ। ਤੇ ਚਲੋ ਜੀ, ਜਿੱਥੇ ਰਹਿਣ ਬੱਚੇ ਖੁਸ਼ ਰਹਿਣ। ਅੱਜ ਕੱਲ੍ਹ ਬੜੀਆਂ ਸਹੂਲਤਾਂ ਨੇ, ਅਸੀਂ ਫ਼ੋਨ 'ਤੇ ਵੀ ਗੱਲ ਕਰ ਲੈਂਦੇ ਹਾਂ, ਤੇ ਉਹ ਫਿਰ ਦੂਰੀ ਉਸ ਤਰ੍ਹਾਂ ਦੀ ਦੂਰੀ ਨਹੀਂ ਹੈ ਕਿ ਜਿਹੜੀ ਪਹਿਲੇ ਕਿਸੇ ਜ਼ਮਾਨਿਆਂ 'ਚ ਹੁੰਦੀ ਸੀ। ਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਲਵ ਯੂ ਟੂ ਮੁਸਤਫਾ, ਤੇ ਨਾਲ ਉਹਨਾਂ ਨੇ ਹਾਰਟ ਭੇਜੇ ਨੇ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਇੰਨਾ ਅੱਛਾ ਪਸੰਦ ਵੀ ਕੀਤਾ, ਤੁਸੀਂ ਨਾਲੋਂ ਨਾਲ ਕਮੈਂਟ ਵੀ ਕਰਦੇ ਰਹਿੰਦੇ ਹੋ। ਤੇ ਲਾਇਬਾ ਨੇ ਵੀ ਦਿਲ ਭੇਜੇ ਨੇ, ਸੋਹਣੇ ਹਾਰਟ। ਤੇ ਸਦਫ ਸ਼ਹਿਜ਼ਾਦ ਨੇ ਵੀ ਥਮਸ ਅਪ ਕੀਤਾ ਸਾਨੂੰ, ਤੇ ਸੌਲਤ ਹੁਸੈਨ ਨੇ ਵੀ
ਕਮੈਂਟ ਕੀਤਾ ਕਿ ਬੇਗਮ ਵੀ ਕਾਫੀ ਦਿਨ ਬਾਅਦ ਆਏ ਨੇ ਔਰ ਉਹਨਾਂ ਨੇ ਵੀ ਹਾਰਟ ਭੇਜੇ ਨੇ। ਬਹੁਤ ਸ਼ੁਕਰੀਆ ਕਿ ਬੇਗਮ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਵੀ ਆਏ ਹੋ, ਤੁਸੀਂ ਹਾਰਟ ਭੇਜਿਆ ਔਰ ਅੱਲਾ ਕਰੇ ਤੁਸੀਂ ਖੈਰੀਅਤ ਨਾਲ ਰਹੋ, ਜਿੱਥੇ ਵੀ ਰਹੋ ਖੈਰੀਅਤ ਨਾਲ ਰਹੋ। ਤੇ ਚਲੋ ਜੀ, ਇਹ ਤੇ ਰੁਦਾ ਦੇ ਜਿਹੜੀ ਤੁਹਾਡੇ ਅਸੀਂ ਕਮੈਂਟ ਪੜ੍ਹ ਦਿੱਤੇ, ਹੁਣ ਨਾਲੋਂ ਨਾਲ ਅਸੀਂ ਕਮੈਂਟ ਕਰਾਂਗੇ ਤੇ ਨਾਲੋਂ ਨਾਲ ਜਿਹੜਾ ਵੀ ਅਸੀਂ ਕੀ ਕਹਿੰਦੇ ਨੇ ਜਵਾਬ ਦਿੰਦੇ ਰਹਾਂਗੇ। ਫਿਰ ਉਹਨਾਂ ਜ਼ਮਾਨਿਆਂ 'ਚ ਅਸੀਂ ਪਹੁੰਚਾਂਗੇ ਕਿ ਜਿਹਨਾਂ ਜ਼ਮਾਨਿਆਂ ਦੇ ਅਸੀਂ ਵਾਸਤੇ ਅਸੀਂ ਇੱਕ ਚੈਨਲ ਬਣਾਇਆ ਨਾਯਾਬ ਜ਼ਮਾਨੇ ਦਾ, ਕਿਉਂਕਿ ਉਹਨਾਂ ਜ਼ਮਾਨਿਆਂ ਨੂੰ ਅਸੀਂ ਜ਼ਿੰਦਾ ਰੱਖਣਾ ਵੇ। ਅਸੀਂ ਮਿਲ ਜੁਲ ਕੇ ਆਪਣੇ ਬਚਪਨ ਦੀਆਂ ਯਾਦਾਂ ਇੱਕ ਦੂਸਰੇ ਨਾਲ ਸ਼ੇਅਰ ਵੀ ਕਰਨੇ ਆ ਤੇ ਇੱਕ ਦੂਸਰੇ ਨੂੰ ਸੁਣਾਉਂਦੇ ਵੀ ਆ, ਹੱਸ ਵੀ ਪੈਂਦੇ ਆ ਅਸੀਂ ਦੋਸਤ ਆਪਸ 'ਚ, ਤੇ ਸਾਰੇ ਆਪਣੀ ਆਪਣੀਆਂ ਯਾਦਾਂ ਜਿਹੜੀ ਨਾ ਇਸ ਤਰ੍ਹਾਂ ਅਸੀਂ ਸ਼ੇਅਰ ਕਰਨੇ ਆ। ਤੇ ਮੈਂ ਉੱਠੀ ਨਾ ਤੇ ਮੈਨੂੰ ਹੁਣ ਇੰਨਾ ਅਜੀਬ ਲੱਗ ਰਿਹਾ ਸੀ ਹਰ ਇੱਕ ਚੀਜ਼ ਕਿ ਜਿਹੜਾ ਘਰ ਵੀ ਔਰ ਹਰ ਚੀਜ਼। ਹੁਣ ਮੈਂ ਆਹਿਸਤਾ ਆਹਿਸਤਾ ਫਿਰ ਉਹਨੂੰ ਰੂਟੀਨ ਦੀ ਤਰਫ ਆਵਾਂਗੀ। ਕੁਛ ਮੈਂ ਹਾਲੇ ਉੱਪਰ ਵੈਸੇ ਤਾਂ ਯੂਸੁਫ ਦੀ ਮੰਮਾ ਸਾਰੇ ਬੈੱਡ ਸ਼ੀਟਾਂ ਵਗੈਰਾ ਚੇਂਜ ਕਰਕੇ ਗਏ ਔਰ ਉਹ ਸਾਰਾ ਉਹਨਾਂ ਨੇ ਸਾਰਾ ਕਰ ਦਿੱਤਾ ਕਿ ਤੁਹਾਨੂੰ ਮਸਲਾ ਨਾ ਹੋਵੇ। ਉਹ ਜ਼ਿਆਦਾਤਰ ਕੰਮ ਨਿਪਟਾ ਕੇ ਗਏ ਨੇ, ਪਰ ਫਿਰ ਵੀ ਥੋੜ੍ਹਾ ਜਿਹਾ ਕਿਉਂਕਿ ਬੱਚੇ ਆਖਰੀ ਰਾਤ 'ਤੇ ਸੁੱਤੇ ਰਹੇ ਨਾ, ਕੁਛ ਛਾਲਾਂ ਛੂਲਾਂ ਮਾਰੀਆਂ ਕੀਤੀਆਂ। ਥੋੜ੍ਹਾ ਜਿਹਾ ਮੈਂ ਕੱਲ੍ਹ ਜਾ ਕੇ ਉੱਪਰ ਦੀ ਵੀ ਇੱਕ ਦਫਾ ਕਲੀਨਿੰਗ ਕਰ ਦਵਾਂਗੀ ਥੋੜ੍ਹੀ ਜਿਹੀ, ਔਰ ਕੀ ਕਹਿੰਦੇ ਨੇ ਫਿਰ ਨੀਚੇ ਉਹੀ ਰੂਟੀਨ ਸਾਡੀ ਸ਼ੁਰੂ ਹੋ ਜਾਣੀ ਹੈ, ਕੋਈ ਫਰਕ ਨਹੀਂ ਪੈਣਾ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਮੈਨੂੰ ਉਹ ਜ਼ਮਾਨਾ ਯਾਦ ਆ ਗਿਆ ਜਦੋਂ ਮੁਸਤਫਾ ਗਏ, ਕਿ ਜਦੋਂ ਮੈਂ ਕਦੀ ਜਾਂਦੀ ਹੁੰਦੀ ਸਾਂ ਆਪਣੇ ਬੱਚੇ ਲੈ ਕੇ ਆਪਣੇ ਮੇਕੇ। ਉਹ ਦਿਨ ਮੈਨੂੰ ਯਾਦ ਆ ਗਏ ਕਿ ਕਿਸ ਤਰ੍ਹਾਂ ਜਦੋਂ ਜਾ ਕੇ ਮਿਲਣਾ ਮਾਂ ਬਾਪ ਨੂੰ, ਔਰ ਫਿਰ ਉਹ ਜ਼ਮਾਨਾ ਐਸਾ ਸੀ ਕਿ ਫ਼ੋਨ ਦੀ ਸਹੂਲਤ ਦਸਤਿਆਬ ਨਹੀਂ ਸੀ। ਖਤ ਲਿਖਣੇ ਹੁੰਦੇ ਸਾਂ। ਮੈਂ ਤਦੇ ਕਿਹਾ ਕਿ ਮੈਂ ਤੁਹਾਨੂੰ ਉਹ ਖਤ ਦੇ ਹਵਾਲੇ ਨਾਲ ਅਸੀਂ ਇੱਕ ਦਿਨ ਗੱਲ ਕਰਨੀ ਹੈ ਔਰ ਬੜੀ ਲੰਬੀ ਗੱਲ ਕਰਨੀ ਹੈ। ਅਤੇ ਉਹ ਫਿਰ ਮੈਂ ਖਤ ਲਿਖ ਕੇ ਆਪਣੇ ਪੈਰੈਂਟਸ ਨੂੰ ਪੁੱਛਦੀ ਹੁੰਦੀ ਸਾਂ ਉਹਨਾਂ ਦੀ ਖੈਰੀਅਤ, ਉਹਨਾਂ ਦੀ ਵੀ ਖੈਰੀਅਤ ਖਤ ਦੇ ਥਰੂ ਹੀ ਮਿਲਦੀ ਹੁੰਦੀ ਸੀ। ਫ਼ੋਨ ਉਸ ਜ਼ਮਾਨਿਆਂ 'ਚ ਹੁੰਦੇ ਸਨ, ਲੇਕਿਨ ਬਹੁਤ ਅਮੀਰ ਲੋਕਾਂ ਕੋਲ ਹੁੰਦੇ ਸਨ ਜਾਂ ਕਿਸੇ ਆਫਿਸਿਸ ਵਗੈਰਾ ਵਿੱਚ ਹੁੰਦੇ ਸਨ। ਆਮ ਬੰਦੇ ਦੇ ਕੋਲ ਫ਼ੋਨ ਦੀ ਸਹੂਲਤ ਦਸਤਿਆਬ ਨਹੀਂ ਸੀ। ਇਸ ਤਰ੍ਹਾਂ ਫਿਰ ਮੈਂ ਜਿਹੜਾ ਨਾ ਆਪਣੇ ਵਾਲਿਦ ਨੂੰ ਖਤ ਲਿਖਣਾ, ਤੇ ਜਦੋਂ ਮੈਂ ਜਾਣਾ ਨਾ ਤੇ ਮੇਰੇ ਅੱਬੂ ਨੇ ਹਮੇਸ਼ਾ ਮੈਨੂੰ ਜਿਹੜਾ ਨਾ ਰੋਕ ਲੈਣਾ। ਉਹਨਾਂ ਨੇ ਕਹਿਣਾ ਕਿ ਇੱਕ ਦਿਨ ਹੋਰ ਰੁਕ ਜਾ। ਤੇ ਬੜਾ ਔਖੇ ਟਾਈਮ ਹੁੰਦੇ ਸਨ। ਅੱਜ ਬੱਚੇ ਮੇਰੇ ਵੀ ਗਏ ਨੇ, ਮੈਨੂੰ ਫੀਲ ਹੁੰਦਾ, ਉਸ ਤੋਂ ਪਹਿਲੇ ਵੀ ਫੀਲ ਹੁੰਦਾ ਕਿ ਮਾਂ ਬਾਪ ਦੀਆਂ ਮੁਹੱਬਤਾਂ ਕਿੰਨੀਆਂ ਸੁੱਚੀਆਂ ਔਰ ਖਾਲਿਸ ਹੁੰਦੀਆਂ ਨੇ, ਕਿ ਔਲਾਦ ਕਿੰਨੇ ਵੀ ਦਿਨ ਤੁਹਾਡੇ ਕੋਲ ਰਹਿ ਜਾਵੇ ਪਰ ਇੱਕ ਦਿਨ ਰੋਕਣ ਦਾ ਜ਼ਰੂਰ ਕਹਿੰਦੇ ਨੇ। ਉਹ ਜਦੋਂ ਚਲੇ ਜਾਂਦੇ ਨੇ ਫਿਰ ਕੋਈ ਐਸਾ ਦੁਨੀਆ 'ਚ ਨਹੀਂ ਹੁੰਦਾ ਜਿਹੜਾ ਕਵੇ ਇੱਕ ਦਿਨ ਹੋਰ ਰੁਕ ਜਾਓ। ਮੈਂ ਜਦੋਂ ਆਪਣੇ ਬੱਚੇ ਲੈ ਕੇ ਜਾਣੀ ਹੁੰਦੀ ਸਾਂ ਨਾ, ਤਾਂ ਅੱਬੂ ਨੇ ਮੈਨੂੰ ਜ਼ਰੂਰ ਕਹਿਣਾ ਇੱਕ ਦਿਨ ਹੋਰ ਰੁਕ ਜਾ, ਬਸ ਅੱਜ ਦਾ ਦਿਨ ਰੁਕ ਜਾ। ਅੱਜ ਦਾ ਇੰਨਾ ਬਾਪ ਦਾ ਪਿਆਰ ਸ਼ਾਮਿਲ ਹੁੰਦਾ ਸੀ, ਉਹ ਇੱਕ ਇਲਤਜਾ ਹੁੰਦੀ ਸੀ, ਇੱਕ ਉਹਦੇ 'ਚ ਮੁਹੱਬਤ ਹੁੰਦੀ ਸੀ। ਪਤਾ ਨਹੀਂ ਕੀ ਹੁੰਦਾ ਸੀ ਕਿ ਮੇਰੇ ਪੈਰ ਰੁਕ ਜਾਂਦੇ ਹੁੰਦੇ ਸਨ। ਮੈਂ ਮਜਬੂਰ ਹੋ ਜਾਣਾ, ਮੈਂ ਕਹਿਣਾ ਕਿ ਠੀਕ ਹੈ ਅੱਜ ਮੈਂ ਰੁਕ ਜਾਂਦੀ ਹਾਂ। ਉਹ ਫਿਰ ਦਿਨ ਰੁਕ ਜਾਣਾ, ਪਰ ਅਗਲੇ ਦਿਨ ਫਿਰ ਜਾਣਾ ਹੀ। ਉਹ ਕਹਿੰਦੇ ਨੇ ਘਰਾਂ ਵਾਲਿਆਂ ਨੇ ਘਰ ਜਾਣਾ ਹੀ ਹੁੰਦਾ। ਯੂਸੁਫ ਵੀ ਆਖਰੀ ਦਿਨ ਹੀ ਕਹਿ ਰਿਹਾ ਸੀ ਕਿ ਮੇਰਾ ਦਿਲ ਕਰ ਰਿਹਾ ਅੱਜ ਦਾ ਦਿਨ ਅਸੀਂ ਰੁਕ ਜਾਈਏ। ਅਤੇ ਅੱਜ ਦਾ ਉਸ ਦਿਨ ਰੁਕ ਵੀ ਜਾਂਦੇ, ਪਰ ਫਿਰ ਵੀ ਅਗਲਾ ਦਿਨ ਤਾਂ ਉਹਨਾਂ ਨੇ ਜਾਣਾ ਹੀ ਸੀ। ਲੇਕਿਨ ਉਸ ਜ਼ਮਾਨੇ ਵਿੱਚ ਅਸੀਂ ਬੱਸ 'ਤੇ ਸਫ਼ਰ ਕਰਨੇ ਸਾਂ, ਕਰਾਚੀ ਤੋਂ ਹੈਦਰਾਬਾਦ, ਕੋਈ ਬੁਕਿੰਗ ਵਗੈਰਾ ਦਾ ਨਹੀਂ ਚੱਕਰ ਹੁੰਦਾ ਸੀ। ਇਸ ਤੋਂ ਫਿਰ ਅੱਬੂ ਨੇ ਕਹਿਣਾ ਕਿ ਚੱਲ ਮੈਂ ਤੈਨੂੰ ਕੱਲ੍ਹ ਬੱਸ 'ਤੇ ਬਿਠਾ ਦੇਵਾਂਗਾ। ਅਤੇ ਉਹ ਫਿਰ ਕੀ ਕਹਿੰਦੇ ਨੇ ਫਿਰ ਮੈਂ ਰੁਕ ਜਾਣਾ। ਅਤੇ ਉਹ ਵਾਲਿदैन ਦੀ ਮੁਹੱਬਤ, ਉਹ ਖਾਲਿਸ ਸੁੱਚੇ ਜ਼ਮਾਨੇ, ਔਰ ਫਿਰ ਉਹ ਜ਼ਮਾਨੇ ਦੀ ਤੜਪ ਹੀ ਕੁਛ ਅਲੱਗ ਸੀ। ਸਾਨੂੰ ਪਤਾ ਹੁੰਦਾ ਸੀ ਕਿ ਅਸੀਂ ਪਤਾ ਨਹੀਂ ਫਿਰ ਕਦੋਂ ਮਿਲਣਾ, ਕਦੋਂ ਸਾਡੀ ਗੱਲ ਹੋਣੀ, ਕਦੋਂ ਅਸੀਂ ਦੁਬਾਰਾ ਇਸ ਤਰ੍ਹਾਂ ਬੈਠ ਕੇ ਮੰਜੀਆਂ 'ਤੇ ਦੁਬਾਰਾ ਗੱਲਾਂ ਕਰਨੀਆਂ ਨੇ ਦਿਲ ਦੀਆਂ, ਕਦੋਂ ਅਸੀਂ ਬੈਠ ਕੇ ਇਸ ਤਰ੍ਹਾਂ ਇਕੱਠੇ ਰੋਟੀ ਖਾਣੀ ਹੈ, ਕਦੋਂ ਅਸੀਂ ਬੈਠ ਕੇ ਇਸ ਤਰ੍ਹਾਂ ਗੱਪਸ਼ਪ ਕਰਨੀ, ਕੋਈ ਪਤਾ ਨਹੀਂ ਹੁੰਦਾ ਸੀ। ਕਿ ਉਹ ਬਸ 4-6 ਮਹੀਨੇ ਬਾਅਦ ਜਦੋਂ ਜਾਣਾ ਹੁੰਦਾ ਸੀ ਮਿਲ ਕੇ ਔਰ ਆ ਗਏ, ਔਰ ਬਸ ਜੀ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਜਾਵਾਂਗੇ ਅਤੇ ਫਿਰ ਮੁਲਾਕਾਤ ਹੋਏਗੀ। ਬੜੇ ਔਖੇ ਜ਼ਮਾਨੇ ਸਨ ਉਹ। ਅਤੇ ਹੈਦਰਾਬਾਦ ਬਹੁਤ ਜ਼ਿਆਦਾ ਦੂਰ ਨਹੀਂ ਸੀ ਕਿ ਬੰਦਾ ਕਵੇ ਬਹੁਤ ਕੁ ਦੁਨੀਆ ਤੋਂ ਦੂਰ ਸੀ, ਲੇਕਿਨ ਉਹ ਇਹ ਕਿ ਇਸ ਤਰ੍ਹਾਂ ਰਿਵਾਜ ਇਸ ਤਰ੍ਹਾਂ ਨਹੀਂ ਸੀ ਕਿ ਬੱਚੇ ਰੋਜ਼ ਬੱਚੀਆਂ ਜਾਣ ਕਰਨ। ਘਰਦਾਰੀ ਦੇ ਸਿਲਸਿਲੇ ਐਸੇ ਹੁੰਦੇ ਨੇ ਕਿ ਫਿਰ ਆਪਣੇ ਘਰਾਂ 'ਚ ਬੱਚੀਆਂ ਨੂੰ ਕਿਹਾ ਜਾਂਦਾ ਸੀ ਕਿ ਆਪਣਾ ਦਿਲ ਲਾਓ, ਔਰ ਸ਼ੁਰੂ 'ਚ ਬੱਚੀਆਂ ਨੂੰ ਇਹ ਕਿਹਾ ਜਾਂਦਾ ਸੀ ਕਿ ਬਹੁਤਾ ਹਰ ਵੇਲੇ ਆਉਣ ਜਾਣ ਦੀ ਪਿੱਛੇ ਫਿਕਰ ਨਾ ਕਰਿਓ, ਆਪਣੇ ਘਰ 'ਚ ਦਿਲ ਲਾਓ, ਕਿ ਉੱਥੇ ਬੱਚੀ ਨੂੰ ਦਿਲ ਲਾਉਣ ਦਾ ਕਿਹਾ ਜਾਂਦਾ ਸੀ। ਕਿਉਂਕਿ ਜਾ ਕੇ ਕਈ ਕਿਸਮ ਦੇ ਮਸਾਇਲ ਹੁੰਦੇ ਸਨ ਬੱਚੀਆਂ ਨੂੰ
ਉੱਠਣਾ ਬੈਠਣਾ ਅਲੱਗ, ਰਹਿਣ ਸਹਿਣ ਅਲੱਗ, ਬੋਲ ਚਾਲ ਅਲੱਗ। ਹਰ ਘਰ ਦਾ ਇੱਕ ਮਾਹੌਲ ਹੁੰਦਾ ਵੇ, ਉਹ ਹਰ ਘਰ ਦਾ ਆਪਣਾ ਮਾਹੌਲ ਹੁੰਦਾ ਔਰ ਉਹ ਅੱਛਾ ਮਾਹੌਲ ਹੁੰਦਾ ਵੇ। ਇਹ ਨਹੀਂ ਕਿਹਾ ਜਾ ਸਕਦਾ ਕਿ ਸਾਡੇ ਘਰ ਦਾ ਅੱਛਾ ਹੈ ਤਾਂ ਲੇਕਿਨ ਹਰ ਘਰ ਦੀ ਇੱਕ ਅਲੱਗ ਰੂਟੀਨ ਹੁੰਦੀ ਹੈ। ਉਹਦੇ ਵਿੱਚ ਜਾ ਕੇ ਇੱਕ ਬੰਦੇ ਨੇ ਐਡਜਸਟ ਹੋਣਾ, ਆਪਣੀ ਜਗ੍ਹਾ ਬਣਾਉਣੀ, ਉਹ ਬੜਾ ਮੁਸ਼ਕਿਲ ਗੱਲ ਹੁੰਦੀ ਸੀ ਕਿ ਬਿਲਕੁਲ ਤੁਸੀਂ ਇੱਕ ਦੂਸਰੇ ਰਹਿਣ ਸਹਿਣ ਤੋਂ ਆਏ ਹੋ ਔਰ ਤੁਸੀਂ ਫਿਰ ਇੱਕ ਨਵੀਂ ਜਗ੍ਹਾ 'ਤੇ ਆਪਣੇ ਆਪ ਨੂੰ ਸੈੱਟ ਕਰਨਾ। ਇਸ ਤੋਂ ਮਾਂ ਬਾਪ ਦੀ ਵੀ ਕੋਸ਼ਿਸ਼ ਆਈ ਹੁੰਦੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੀਆਂ ਆਪਣੇ ਘਰ ਟਾਈਮ ਗੁਜ਼ਾਰਨ ਤਾਂ ਕਿ ਕੀ ਕਹਿੰਦੇ ਉਹਨਾਂ ਦਾ ਦਿਲ ਲੱਗੇ। ਦਿਲ ਤਾਂ ਵੀ ਲੱਗ ਹੀ ਜਾਂਦਾ ਸੀ, ਸਿਰ ਖੁਰਕਣ ਦੀ ਫੁਰਸਤ ਨਹੀਂ ਹੁੰਦੀ ਸੀ। ਸਵੇਰ ਤੋਂ ਉੱਠ ਜਾਂਦੇ ਸਾਂ ਅਤੇ ਸ਼ਾਮ ਤੱਕ ਲੱਗੇ ਹੁੰਦੇ ਸਾਂ, ਉਹ ਫੁਰਸਤ ਹੀ ਨਹੀਂ ਹੁੰਦੀ ਸੀ ਕਿ ਅਸੀਂ ਕੁਝ ਹੋਰ ਦਿਲ ਵੱਲ ਸੋਚੀਏ। ਉਹ ਦਿਲ ਵਿਚਾਰੇ ਦੀ ਤਾਂ ਕਦੀ ਸੁਣੀ ਨਹੀਂ, ਅਸੀਂ ਤਾਂ ਲੱਗੇ ਰਹੋ ਮੁੰਨਾ ਭਾਈ, ਅਤੇ ਅਸੀਂ ਹੱਸ ਖੇਡ ਕੇ ਸਾ ਕਰ ਲੈਂਦੇ ਹਾਂ ਲੱਗੇ ਰਹੋ ਮੁੰਨਾ ਭਾਈ। ਉਹ ਮੁੰਨਾ ਭਾਈ ਵਿਚਾਰੇ ਲੱਗੇ ਰਹਿੰਦੇ ਸਨ ਸਵੇਰ ਤੋਂ ਉੱਠ ਕੇ ਸ਼ਾਮ ਤੱਕ, ਔਰ ਉਹ ਤੋੜ ਦੀ ਵੀ ਫੁਰਸਤ ਨਹੀਂ ਹੁੰਦੀ ਸੀ। ਅਤੇ ਉਹ ਫਿਰ ਜ਼ਮਾਨੇ ਐਸੇ ਸਨ ਕਿ ਬੜਾ ਮੁਸ਼ਕਿਲ। ਮੇਰੇ ਹਸਬੈਂਡ ਦੇ ਇੱਕ ਦੋਸਤ ਸਨ, ਅੱਲਾ ਪਾਕ ਉਹਨਾਂ ਨੂੰ ਜਨਤਾ ਵਿੱਚ ਘਰ ਦੇਵੇ, ਅਤੇ ਉਹਨਾਂ ਦੀ ਮਿਸਿਸ ਸਾਨੂੰ ਬੜੇ ਅਪਡੇਟ ਰਹਿੰਦੇ ਹੁੰਦੇ ਸਨ। ਅਤੇ ਉਹ ਮੈਂ ਉਹਨਾਂ ਨੂੰ ਅਕਸਰ ਜਿਹੜਾ ਨਾ ਦੇਖਦੀ ਹੁੰਦੀ ਸਾਂ ਨਾ, ਬੜਾ ਇੱਕ ਕਾਬਲੇ ਰਸ਼ਕ ਜਿਵੇਂ ਕਰਦੇ ਹੋ ਨਾ ਤੁਸੀਂ ਕਿਸੇ 'ਤੇ, ਹਸਦ ਅੱਲਾ ਦਾ ਸ਼ੁਕਰ ਹੈ ਕਦੇ ਨਹੀਂ ਕੀਤਾ ਕਿ ਰਸ਼ਕ ਜ਼ਰੂਰ ਕਰਦੇ ਹੋ ਨਹੀਂ ਸਾਂ। ਕਿ ਉਹਨਾਂ ਨੇ ਜੂੜਾ ਬਣਿਆ ਹੋਣਾ, ਬੜੇ ਡਰੈਸਿੰਗ ਬੜੀ ਅੱਛੀ ਔਰ ਬੜੀ ਅਪਡੇਟ, ਹੀਲ ਵਾਲੀ ਜੁੱਤੀ, ਕੱਪੜੇ ਅੱਛੇ ਮੇਕਅਪ ਕੀਤਾ ਹੁੰਦਾ ਸੀ। ਅਤੇ ਮੈਂ ਇੰਨੀ ਹਸਰਤ ਨਾਲ ਇਸ ਤਰ੍ਹਾਂ ਕਰਕੇ ਦੇਖਦੀ ਹੁੰਦੀ ਸਾਂ ਇਹ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਬਣ ਸੰਵਰ ਕੇ ਰਹਿੰਦੇ ਨੇ। ਮੈਨੂੰ ਹਮੇਸ਼ਾ ਉਹ ਅੱਛੇ ਲੱਗੇ। ਪਹਿਲੇ ਸਾਡਾ ਘਰ ਵੀ ਨਜ਼ਦੀਕ ਸੀ, ਡੇਲੀ ਮੁਲਾਕਾਤ ਹੁੰਦੀ ਸੀ, ਲੇਕਿਨ ਮੈਂ ਇਸ ਤਰ੍ਹਾਂ ਹੀ ਬਸ ਉਹ ਕਹਿੰਦੇ ਨੇ ਬੁੱਸੀ ਤਰੱਕੀ, ਅਤੇ ਉਹ ਕੀ ਕਹਿੰਦੇ ਨੇ ਉਹ ਇੰਨੇ ਅਪਡੇਟ ਹੁੰਦੇ ਸਨ, ਲੇਕਿਨ ਸਾਡੀ ਮੁਲਾਕਾਤ ਡੇਲੀ ਹੁੰਦੀ ਸੀ। ਅਸੀਂ ਇਕੱਠੇ ਬੈਠ ਕੇ ਚਾਹ ਪੀਂਦੇ ਹੁੰਦੇ ਸਾਂ ਸ਼ਾਮ ਦੀ, ਬੜਾ ਅੱਛਾ ਸਾਡਾ ਟਾਈਮ ਗੁਜ਼ਰਿਆ। ਲੇਕਿਨ ਮੇਰੇ ਔਰ ਉਹਨਾਂ 'ਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਉਹ ਬੜੇ ਅਪਡੇਟ ਰਹਿੰਦੇ ਹੁੰਦੇ ਸਨ ਔਰ ਬੜਾ ਖੂਬਸੂਰਤ ਉਹਨਾਂ ਨੇ ਡਰੈਸਿੰਗ ਪਾਈ ਹੁੰਦੀ ਸੀ ਔਰ ਬੜਾ ਅੱਛਾ। ਔਰ ਮੈਂ ਇਸ ਤਰ੍ਹਾਂ ਹੀ ਕਮਲੀ ਇੱਕ ਕਮਲੀ ਜਾ ਕੇ ਬਹਿ ਜਾਂਦੀ ਹੁੰਦੀ ਸੀ ਚਾਹ ਪੀਣ ਵਾਸਤੇ। ਅਤੇ ਉਹ ਫਿਰ ਇਸ ਤਰ੍ਹਾਂ ਉਹ ਜ਼ਮਾਨੇ ਜਿਹੜੇ ਸਨ ਐਸੇ ਸਨ ਕਿ ਤੁਹਾਨੂੰ ਸਿਰਫ ਖੁਰਕਣ ਦੀ ਫੁਰਸਤ ਨਹੀਂ ਮਿਲਦੀ ਹੁੰਦੀ ਸੀ। ਬੱਚਿਆਂ ਨੂੰ ਦੇਖਣਾ ਹੈ, ਘਰ ਨੂੰ ਦੇਖਣਾ ਹੈ, ਦੂਸਰੇ ਲੋਕਾਂ ਨੂੰ ਦੇਖਣਾ, ਇਸ ਤਰ੍ਹਾਂ ਬਹੁਤ ਮੁਸ਼ਕਿਲ ਦੌਰ ਹੁੰਦਾ ਸੀ। ਅਤੇ ਲੇਕਿਨ ਅੱਜ ਤੇ ਬਹੁਤ ਜ਼ਮਾਨਾ ਬਦਲ ਗਿਆ ਵੇ। ਮੈਂ ਤੁਹਾਨੂੰ ਕਿਸੇ ਦਿਨ ਸਾਰੀ ਆਪਣੇ ਜਿਹੜਾ ਨਾ ਇੱਕ ਜਰਨੀ ਇੱਕ ਜ਼ਰੂਰ ਸੁਣਾਵਾਂਗੀ ਸਟੋਰੀ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਅਸੀਂ ਕੀ ਕਹਿੰਦੇ ਨੇ ਮੇਰੇ ਅੱਛਾ ਹਾਂ ਮੈਂ ਤੁਹਾਨੂੰ ਮੈਂ ਤੈਨੂੰ ਇੱਕ ਗੱਲ ਦੱਸਾਂ। ਮੈਨੂੰ ਇਹ ਗੱਲ ਕਰਦੇ ਇੱਕ ਰਾਤੀ ਯਾਦ ਆ ਗਈ। ਰਾਤੀ ਮੈਂ ਖਾਬ ਦੇਖਿਆ ਅੱਜ ਰਾਤ ਨੂੰ ਹੀ ਮੈਂ, ਔਰ ਮੈਨੂੰ ਬਸ ਦੇਖੋ ਗੱਲ ਕਰਦੇ ਕਲਿੱਕ ਕੀਤਾ ਵਾ, ਯਾਦ ਆਇਆ। ਉਹਦੇ ਵਿੱਚ ਮੇਰੀ ਇੱਕ ਫਰੈਂਡ ਹੁੰਦੀ ਸੀ ਹੈਦਰਾਬਾਦ, ਡਾਕਟਰ ਸ਼ਮੀਮ ਅੰਸਾਰੀ, ਅਤੇ ਉਹ ਮੈਨੂੰ ਖਾਬ ਵਿੱਚ ਨਜ਼ਰ ਆਏ ਬੜੇ ਅਰਸੇ ਬਾਅਦ। ਔਰ ਮੈਂ ਬੜੀ ਹੈਰਾਨ ਹੋਈ ਹਾਂ ਸੁਬਾਹ ਦੀ ਕਰਕੇ ਕਿ ਮੈਂ ਇੰਨੇ ਅਰਸੇ ਬਾਅਦ ਉਹਨਾਂ ਨੂੰ ਮਿਲੀ ਹਾਂ, ਔਰ ਇਸ ਤਰ੍ਹਾਂ ਹੀ ਮਿਲੀ ਹਾਂ ਕਿ ਜਿਵੇਂ ਅਚਾਨਕ ਉਹਨਾਂ ਨੂੰ ਅਸੀਂ ਮਿਲੇ ਹਾਂ। ਔਰ ਮੈਂ ਬਗਲ ਗੀਰ ਹਾਂ ਉਹਨਾਂ ਦੇ ਨਾਲ ਔਰ ਜੱਫੀਆਂ ਪਾ ਰਹੀ ਹਾਂ, ਔਰ ਮੈਨੂੰ ਬੜੀ ਹੈਰਤ ਹੋਈ ਸੁਬਾਹ ਦੀ ਕਿ ਉਹਨਾਂ ਦਾ ਕੋਈ ਜ਼ਿਕਰ ਵੀ ਨਹੀਂ ਸੀ, ਕੁਛ ਨਹੀਂ ਸੀ, ਲੇਕਿਨ ਖਾਬ ਤੁਹਾਨੂੰ ਕਿੱਥੇ ਦੇ ਕਿੱਥੇ ਪਹੁੰਚਾ ਦਿੰਦੇ ਨੇ। ਮੇਰੀ ਜਦੋਂ ਮੈਂ ਇਕੱਲੀ ਰਹਿੰਦੀ ਹੁੰਦੀ ਸਾਂ, ਜਦੋਂ ਮੇਰੇ ਬੱਚੇ ਮਤਲਬ ਛੋਟੇ ਸਨ ਜਿਵੇਂ, ਅਤੇ ਉਹ ਅਸੀਂ ਫਲੈਟ 'ਤੇ ਇੱਕ ਰਹਿੰਦੇ ਸਾਂ, ਉਹਦੇ ਨੀਚੇ ਸ਼ਮੀਮ ਅੰਸਾਰੀ ਦਾ ਕਲੀਨਿਕ ਸੀ। ਅਤੇ ਉਹ ਫਿਰ ਮੈਂ ਜਾ ਕੇ ਦਿਖਾਉਣਾ। ਉਹਨਾਂ ਨੇ ਬੜੀ ਤਵੱਜੋ ਨਾਲ, ਬਹੁਤ ਅੱਛੀ ਡਾਕਟਰ ਸਨ, ਦੇਖਦੇ ਸਨ, ਲੇਕਿਨ ਉਹਨਾਂ ਨੇ ਮੈਨੂੰ ਕਹਿਣਾ ਕਿ ਮੈਨੂੰ ਤੁਹਾਡਾ ਨਾਂ ਬੜਾ ਅੱਛਾ ਲੱਗਦਾ। ਇਹ ਨਾਂ ਜਿਹੜਾ ਵੀ ਮੈਨੂੰ ਤੁਹਾਡੇ ਜਿਹੜਾ ਮੇਰੇ ਅਫਸਾਨਿਆਂ ਦੀ ਹਿਰਨ ਦਾ ਨਾਮ ਹੈ, ਇਸ ਤੋਂ ਮੈਂ ਤੁਹਾਨੂੰ ਬੜਾ ਲਾਈਕ ਕਰਨੀ ਹੈ। ਇਸ ਤਰ੍ਹਾਂ ਕੀ ਕਹਿੰਦੇ ਨੇ ਉਹਨਾਂ ਨੇ ਮੈਨੂੰ ਦੇਖਣਾ ਕਰਨਾ। ਫਿਰ ਮੈਂ ਉਹਨਾਂ ਨੂੰ ਆਪਣੇ ਘਰ ਇਨਵਾਈਟ ਕੀਤਾ ਕਿ ਉੱਪਰ ਹੀ ਹੈ ਸਾਡਾ ਘਰ, ਉਹਨਾਂ ਦਾ ਵੀ ਉੱਥੇ ਹੀ ਫਲੈਟ ਸੀ ਨਾਲ ਦੇ ਉਹਦੇ ਵਿੱਚ ਬਲਾਕ ਵਿੱਚ। ਉਹ ਫਿਰ ਮੇਰੇ ਘਰ ਮਿਲਣ ਵੀ ਆਉਂਦੇ ਸਨ। ਇਸ ਤਰ੍ਹਾਂ ਸਾਡੀ ਬੜੀ ਅੱਛੀ ਦੋਸਤੀ ਹੋ ਗਈ। ਏਜ ਦੇ ਫ਼ਰਕ ਦੇ ਬਾਵਜੂਦ ਵੀ ਸਾਡੀ ਦੋਸਤੀ ਬੜੀ ਅੱਛੀ ਸੀ। ਔਰ ਮੈਂ ਜਦ ਮਤਲਬ ਬਹੁਤ ਅਰਸਾ ਉਹਨਾਂ ਨੂੰ ਦਿਖਾਉਂਦੀ ਰਹੀ ਔਰ ਬਹੁਤ ਅੱਛੀ ਸਾਡੀ ਦੋਸਤੀ ਬਾਅਦ 'ਚ ਵੀ ਕਾਇਮ ਰਹੀ। ਲੇਕਿਨ ਹੁਣ ਕਾਫੀ ਅਰਸੇ ਤੋਂ ਮੈਂ ਪਾਕਿਸਤਾਨ ਗਈ ਵੀ ਹਾਂ, ਅਤੇ ਇਤਫਾਕ ਨਾਲ ਇੱਕ ਦਫਾ ਮੈਂ ਗਈ ਤਾਂ ਉਮਰਾ ਕਰਨ ਗਏ ਹੋਏ ਸਨ, ਸਾਡੀ ਮੁਲਾਕਾਤ ਨਹੀਂ ਹੋਈ। ਰਾਤ ਨੂੰ ਮੈਨੂੰ ਪਤਾ ਨਹੀਂ ਖਾਬ 'ਚੋਂ ਕਿੱਥੋਂ ਯਾਦ ਆ ਗਏ, ਅਤੇ ਮੈਨੂੰ ਹੈਰਤ ਵੀ ਹੋਈ ਕਿ ਦੇਖੋ ਇਹ ਖਾਬਾਂ ਹੀ ਨੇ ਜਿਹੜੀਆਂ ਤੁਹਾਨੂੰ ਦੂਸਰੇ ਲੋਕਾਂ ਨਾਲ ਮਿਲਾ ਦਿੰਦੀਆਂ ਨੇ। ਵਰਨਾ ਹੁਣ ਕਿੱਥੇ ਪਾਕਿਸਤਾਨ ਜਾਵਾਂਗੀ, ਕਦੋਂ ਉਹਨਾਂ ਨੂੰ ਮਿਲਾਂਗੀ, ਪਤਾ ਨਹੀਂ ਜ਼ਿੰਦਗੀ 'ਚ ਮੁਲਾਕਾਤ ਹੈਗੀ ਵੀ ਹੈ ਕਿ ਨਹੀਂ। ਲੇਕਿਨ ਖਾਬ ਐਸਾ ਜਿਹੜਾ ਵੇ ਸਿਲਸਿਲਾ ਹੁੰਦਾ ਵੇ ਕਿ ਤੁਹਾਨੂੰ ਮੁਲਾਕਾਤ ਤੁਹਾਡੀ ਹੋ ਜਾਂਦੀ।
ਤਾਂ ਦੇਖੋ ਜੀ ਕਿੱਥੇ ਦੀ ਗੱਲ ਕਿੱਥੇ ਪਹੁੰਚ ਗਈ ਹੈ। ਅੱਜ ਮੇਰੀ ਗੁਫ਼ਤਗੂ ਤੁਹਾਨੂੰ ਸ਼ਾਇਦ ਬੇਰਬਤ ਵੀ ਲੱਗੇਗੀ ਔਰ ਯਕੀਨਨ ਹੈਗੀ ਹੈ, ਲੇਕਿਨ ਹਲੇ ਜਿਹੜਾ ਨਾ ਮੈਂਟਲੀ ਜਿਹੜਾ ਨਾ ਹਲੇ ਮੈਂ ਵੀ ਬਿਲਕੁਲ ਉਹ ਨਹੀਂ ਹੋਈ ਹਾਂ, ਉਸ ਤਰ੍ਹਾਂ ਮੇਰਾ ਜ਼ਿਹਨ ਫਰੈਸ਼ ਨਹੀਂ ਹੋਇਆ, ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਤੁਹਾਡੇ ਨਾਲ ਗੱਪਸ਼ਪ ਕਰਾਂ, ਤੁਹਾਡੇ ਨਾਲ ਕਰਾਂ ਤਾਂ ਮੈਂ ਵਾਪਸ ਉਸੇ ਰੂਟੀਨ 'ਤੇ ਆਵਾਂ, ਕਿਉਂਕਿ ਬੱਚਿਆਂ ਦੇ ਜਾਣ ਨਾਲ ਜਿਹੜਾ ਉਹ ਇੱਕ ਹੁੰਦਾ ਨਾ ਘਰ 'ਚ ਸੁੰਨਾਪਨ, ਉਹ ਹਲੇ ਬਹੁਤ ਜ਼ਿਆਦਾ ਫੀਲ ਹੋ ਰਿਹਾ ਵੇ। ਅਤੇ ਉਹ ਮੈਨੂੰ ਉਹ ਜਿਸ ਜਗ੍ਹਾ ਜਾ ਰਹੀ ਹਾਂ, ਮੈਨੂੰ ਉਹਨਾਂ ਦੇ ਜਿਹੜੇ ਕੱਪੜੇ ਉਤਾਰ ਕੇ ਗਏ ਸਨ, ਉਹ ਕੱਪੜੇ ਜਿਹੜੇ ਆਖਰੀ ਰਾਤ ਉਹਨੇ ਪਾਏ ਸੁਬਾਹ ਨਾਈਟ ਸੂਟ, ਉਹ ਫਿਰ ਇੱਥੇ ਛੱਡ ਗਏ। ਉਹ ਮੈਂ ਧੋਤੇ, ਉਹ ਮੈਂ ਉਤਾਰ ਕੇ ਲੈ ਕੇ ਗਈ ਹਾਂ ਔਰ ਬੈਂਚ ਉੱਪਰ ਗਈ, ਉਹਨਾਂ ਦੀ ਚੀਜ਼ਾਂ ਦੇਖ ਰਹੀ ਹਾਂ ਅਤੇ ਮੈਨੂੰ ਇੱਕ ਅਜੀਬ ਜਿਹਾ ਹੋ ਰਿਹਾ ਵੀ ਮੈਨੂੰ ਸੈੱਟ ਹੋਣ 'ਚ ਟਾਈਮ ਲੱਗੇਗਾ, ਲੇਕਿਨ ਫਿਰ ਵੀ ਦੇਖ ਲਓ ਜੀ ਅਸੀਂ ਕਿੰਨੇ ਬਹਾਦਰ ਹਾਂ। ਆਖਰ ਅਸੀਂ ਮੁਸਤਫਾ ਦੀ ਦਾਦੀ ਆ, ਮਜ਼ਾਕ ਗੱਲ ਥੋੜ੍ਹੀ ਹੈ ਕਿ ਮੁਸਤਫਾ ਵੀ ਬਹਾਦਰ ਹੈ ਔਰ ਉਹਨੇ ਮੈਨੂੰ ਵੀ ਬਹਾਦਰੀ ਦਾ ਦਰਸ ਦੇ ਕੇ ਗਿਆ ਵੇ। ਬੱਚਾ ਇੱਕ ਛੋਟਾ ਜਿਹਾ ਮੈਨੂੰ ਬਹਾਦਰੀ ਸਿਖਾ ਕੇ ਗਿਆ ਵੇ ਕਿ ਮੈਂ ਰੋਊਂਗਾ ਨਹੀਂ। ਉਹ ਮੇਰੇ ਸਾਹਮਣੇ ਨਹੀਂ ਰੋਇਆ, ਉਹਨੇ ਬੜੀ ਹਿੰਮਤ ਕੀਤੀ, ਬੜਾ ਬਾਰ-ਬਾਰ ਆ ਕੇ ਮੈਨੂੰ ਲਿਪਟਦਾ ਰਿਹਾ, ਲੇਕਿਨ ਉਹ ਰੋਇਆ ਨਹੀਂ ਅਤੇ ਉੱਥੇ ਜਾ ਕੇ ਫਿਰ ਰੋਇਆ। ਇਸ ਤਰ੍ਹਾਂ ਚਲੋ ਜੀ ਮੈਨੂੰ ਬੜਾ ਅੱਛਾ ਸਬਕ ਦੇ ਕੇ ਗਿਆ ਬੱਚਾ ਕਿ ਰੋਣਾ ਨਹੀਂ। ਇਹ ਬਾਰ-ਬਾਰ ਮੈਨੂੰ ਕਹਿੰਦਾ ਸੀ ਆਪਨੇ ਰੋਣਾ ਨਹੀਂ ਹੈ, आपने रोना नहीं है। तो चलो जी मुस्तफा ने किया वादा, असी निभाने, असी अपने आंसू साफ करने। तो इस तरह बच्चे भी तुहानूं किन्ने अच्छे मैसेज दे जाते हैं, बच्चों को भी तुसीं बहुत कुछ सीख सकते हो। बच्चे जिहड़े ने ऐसे ने बन के सच्चे होंदे ने, ना दिल च गल रखते हैं वड्डियां मंगर, ना किसी नूं उन्हां नूं बदला लैण दी हुंदी है, ना किसी नूं अगों गल टोक लाण दी जरूरत होंदी है। वो जिस तरह दे हुंदे ने ना बस उस तरह दे ही हुंदे ने। चलो जी असी की कहते थे और तुहाडे कोल इजाजत चाहते हैं। अज दा व्लॉग तो बस एवें ही है, एक हाज़री समझो लगी है। तो चलो तुसी इस हाज़री नूं ही समझ लियो कि भी एक मुलाकात तो हो गई है ना साडी, आहिस्ता आहिस्ता असी आ जावांगे इंशाअल्लाह। ऐसी गल नहीं है कि असी जिंदगी अल्लाह का शुक्र है, अलहमदुलिल्लाह इंसान अल्लाह का शुक्र अदा करता फिर ही उहदी जिहड़ी है ना कहानी अगे चलदी। शुक्र तो सिवा कोई चारा नहीं। और बच्चे रोज़गार के सिलसिले किते जाते हैं, किते भी उन्हों का हुंदा वे, तो फिर तो सारे चीज़ां करनियां पैंदियां ने। इससे ही देखो कित्थे दी गल कित्थे। मैं तुहानूं अपने वालिद दा किस्सा सुनाया, किस तरह मैं हैदराबाद जानी हुंदी सा बस से बैठ के, तो वह की कहते ने बसां दा सफ़र मैनूं याद है, किस तरह गोदां विच बच्चे बिठाए हुंदे सन। गर्मियों गर्मी, कोई एसी बस नहीं हुंदी सी उस जमाने च, ते इन्ना पसीना आंदा सी, ओए होए पसीनो पसीन। तो बस भी बस दौड़ती जाती सी, अगर कितना बस खलोंदी सी फिर बड़ा पसीना लग आता सी, क्योंकि फिर हब्स हो जाता सी। सर्दी है तो फिर ठीक है, चलो भी निगे निगे बैठे रहो बस में। इस तरह शबो रोज़ जिंदगी के गुजरते गए, सख्त तकलीफों वाले भी दौर गुजर गए, जवानी भी गुजर गई, सारे एक एक करके गुजर जाते हैं। इंसान फिर वो बस वो यादों लैके बैठा होंदा वे। शबीर हुसैन साहब ने उस दिन क्या, मैं उन्होंने को पूछा तो उन्होंने कॉमेंट किया कि भी साढ़े उत्थे कोई जानने वाले रहंदे ने। वीडियो मैं खुद बनाई हुई है, तो बड़ी मैनूं खुशी हुई कि तुसीं भी हैदराबाद देखिया होया। शबीर हुसैन साहब छोटा जिहा शहर है, इन्ना छोटा नहीं है, लेकिन है कि बहरहाल कराची और बड़े बड़े शहरों के मुकाबले तो छोटा ही है, लेकिन है कि बड़ा अच्छा शहर है। बड़ा मैनूं बहुत मज़ा आया, मेरी जिंदगी का बहुत बेशतर हिस्सा उत्थे गुजरिया। जो मेरी शादी हुई सी शहर बहुत अच्छा सी, लेकिन फिर आहिस्ता 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 गंदगी के ढेर जड़े आ गए ने ना, गंदगी बहुत हर तरफ हो गई। वो कोई भी शहर लै लो म्यारी नहीं रहा उस हिसाब नाल। बाकी है भी कि हैदराबाद शहर के खाने, हैदराबाद शहर का जोड़ा कि कहते ने माहौल, रश, ठंडिया शामां, वो सारिया चीज़ां बड़िया अच्छियां ने। तो मैं किसी दिन हैदराबाद के हवाले नाल भी तुहाडे नाल गल करांगी कि उस शहर में मैं बहुत मेरिया यादां ने, बहुत ज़्यादा। मैं अपने माँ बाप के कोल इन्ना टाइम नहीं रही हाँ जिन्ना टाइम मैं हैदराबाद अपनी शादीशुदा जिंदगी गुजारिया, क्योंकि 16 साल की जिंदगी मेरी उम्र च मेरी शादी हो गई सी। बाकी जिंदगी का हिस्सा मैं हैदराबाद ही गुजारिया, तो हैदराबाद ने मेरिया बड़िया यादां वाबस्ता ने। तो मैं तुहानूं सुनावांगी इंशाअल्लाह किसी दिन कि कित्थे मैं गई
ਔਰ ਕਿੱਥੇ ਮੈਂ ਸ਼ਾਦੀ ਹੋ ਕੇ ਗਈ ਸੀ ਇੱਕ ਸਰਕਾਰੀ ਕੁਆਟਰ ਵਿੱਚ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਮੈਂ ਤੁਹਾਨੂੰ ਸਾਰਾ ਦੱਸਾਂਗੀ। ਹੁਣ ਕੀ ਕਹਿੰਦੇ ਨੇ, ਤੁਸੀਂ ਮੇਰੀ ਇਹ ਬੇਰਬਤ ਗੁਫ਼ਤਗੂ ਜਿਹੜੀ ਹੈ ਅੱਜ ਬਰਦਾਸ਼ਤ ਕਰਨੀ ਹੈ। ਅੱਜ ਮੇਰਾ ਦਿਮਾਗ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਕੋਈ ਰਬਤ ਨਹੀਂ ਹੈ ਕਿਸੇ ਗੱਲ ਵਿੱਚ, ਲੇਕਿਨ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਦੋਸਤ ਮੈਨੂੰ ਮਾफ़ कर देवोगे। रियायती नंबर से आप मुझे पास कर देंगे, आप सब रियायती नंबर देंगे और हम पास हो जाएंगे। पप्पू पास हो जाएगा तो फिर पप्पू जड़ा वे फिर अगे दी स्टोरियां तुहानूं सुनाएगा। तो चलो जी, अच्छी मुलाकात रही साडी। ते की कहते ने वो जान वालियां दे भी साडे दिल च हैगी है, ते तुहाडा भी प्यार साडे दिल विच हैगा वे। ते मिले जुले रद्द अमल के साथ हम जिंदगी गुजारेंगे। तो एक नवी दिन दे नाल तुहाडी खिदमत हाजिर होवांगे। कॉमेंट करना तुसी बिल्कुल नहीं भुलना। जिहड़ा तुसी की कहते ने कॉमेंट करोगे की कहते ने कौमी ड्यूटी अदा करते हुए कौमी ड्यूटी तुसी पूरी ईमानदारी नाल अंजाम देनी है। बाकी जे सत्ते खैरां जे बई ते असीं फिर नाल नाल गपशप करते रहांगे। इस हवाले दे नाल कोई भी तुसी कॉमेंट अच्छा जिहा कर दईओ ताकि साडी गलबात दा सिलसिला अगे वधे। फिर मिलने अल्लाह हाफिज़, रब रखा।